सारा मैं पढ़ दूँ नहीं जरूरी है यार सारे तड़के खड़े थे ਅੱਜ ਇੱਕ ਮਿੰਟ ਯਾਰ ਪਲੀਜ਼ ਬੋਲੋ ਨਾ ਅੱਜ साइलेंट हो जाओ जी ਸਾਇਲੈਂਟ ਹੋ ਜਾਓ ਵੀਰ ਅੱਜ ਜੋ ਮੀਟਿੰਗ ਬੁਲਾਈ ਗਈ ਇਹਦਾ ਮੇਨ ਮੁੱਦਾ ਜਿਹੜਾ ਇੱਥੇ ਕਿਸਾਨ ਆਗੂਆਂ ਦੀ ਜਾਂ ਕਿਸਾਨਾਂ ਦੀ ਜਿਹੜੀ ਜ਼ਮਾਨਤ ਦਾ ਮਾਮਲਾ ਸੀ ਅਦਾਲਤ ਦੇ ਵਿੱਚੋਂ ਜਿਹੜੀ ਉਹਨਾਂ ਦੀ ਜ਼ਮਾਨਤ ਹੋਈ ਪਰਸੋਂ ਉਸ ਨੂੰ ਲੈ ਕੇ ਬੁਲਾਈ ਗਈ ਸੀ। ਕੁਝ ਕਿਸਾਨ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਦਾ ਕੇਸ ਖਤਮ ਕਰਤਾ। ਇੱਥੋਂ ਤੱਕ ਕਿ ਇਹ ਪਤਾ ਲੱਗਿਆ ਕਿ ਉਹ ਜਿਹੜੇ ਕਿਸਾਨ ਵਿਚਾਰੇ ਬਾਹਰ ਆਏ ਆ ਜੇਲ੍ਹ ਚੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਜ਼ਮਾਨਤ ਨਹੀਂ ਤੁਹਾਡੀ ਹੋਈ, ਤੁਹਾਡਾ ਕੇਸ ਖਤਮ ਹੋ ਗਿਆ। ਤਾਂ ਇਹ ਇਸ਼ੂ ਅੱਜ ਇਹ ਸੀ ਉਹ ਤੁਹਾਨੂੰ ਫੈਕਟਸ ਦੱਸਣ ਵਾਸਤੇ ਇਹ ਮੈਂ ਤੁਹਾਡਾ ਜਿਹੜਾ ਪੱਖ ਰੱਖ ਰਿਹਾ ਤੁਹਾਡੇ ਸਾਹਮਣੇ ਕਿ ਅਸਲ ਦੇ ਵਿੱਚ ਇਹ ਜ਼ਮਾਨਤ ਹੋਈ ਹੈ, ਨਾ ਕੋਈ ਧਾਰਾ ਹਟੀ ਹੈ ਔਰ ਨਾ ਕੋਈ ਹਟਾਈ ਗਈ ਹੈ, ਨਾ ਕੋਈ ਉਪਰਾਲਾ ਹੋਇਆ। ਇਹ ਸਭ ਜਿਹੜਾ ਹੈ ਸਟੇਟ ਦੀ ਔਰ ਸਟੇਟ ਦੇ ਜਿਹੜੇ ਏਜੰਟ ਨੇ ਜਿਹੜੇ ਇੱਥੇ ਕਿਸਾਨ ਆਗੂ ਦੇ ਰੂਪ ਦੇ ਵਿੱਚ ਇੱਥੇ ਏਜੰਟ ਬਣ ਕੇ ਅੱਗੇ ਨੇਤਾ ਬਣੇ ਹੋਏ ਸੀ ਨਾ ਉਹਨਾਂ ਏਜੰਟਾਂ ਦੇ ਮਿਲੀ ਭਗਤ ਦੇ ਕਾਰਨ ਇਹ ਸਾਰਾ ਕੁਝ ਹੋਇਆ ਹੈ। ਅਦਰਵਾਈਜ਼ ਇਹਦੇ 'ਚ ਕੁਝ ਨਹੀਂ ਹੋਇਆ। ਜਾਣਬੁੱਝ ਕੇ ਹਿੰਸਾ ਕਰਵਾਈ ਗਈ, ਇਹ ਸਰਕਾਰ ਦਾ ਮਕਸਦ ਸੀ। ਹਿੰਸਾ ਕਰਵਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਡੀਰੇਲ ਕਰਨਾ ਇਹ ਸਰਕਾਰ ਦਾ ਮਕਸਦ ਸੀ ਔਰ ਇਹ ਹਿੰਸਾ ਕਰਵਾ ਕੇ ਕੁਝ ਇੱਥੋਂ ਦੇ ਆਪਦੇ ਜਿਹੜੇ ਰਾਜਨੀਤਿਕ ਜਾਂ ਸਰਕਾਰੀ ਏਜੰਟ ਅਸੀਂ ਕਹੀਏ ਉਹਨਾਂ ਨੂੰ ਬਤੌਰ ਲੀਡਰ ਪ੍ਰੋਜੈਕਟ ਕਰਨਾ ਇਹ ਸਰਕਾਰ ਦਾ ਮਕਸਦ ਸੀ। ਉਹ ਲੋਕ ਆਪਣੇ ਇਸ ਮਕਸਦ 'ਚ ਫੇਲ ਹੋ ਗਏ। ਜਦੋਂ ਕਿ ਇਹ ਸਾਰੀ ਗੱਲ ਐਕਸਪੋਜ਼ ਹੋ ਗਈ ਅਸੀਂ ਸਾਰਾ ਮਾਮਲਾ ਜਿਹੜਾ ਕੋਰਟ 'ਚੋਂ ਕਢਵਾ ਲਿਆ। ਵਕੀਲ ਜੋ ਹੈ ਅਗਰ ਕਿਸੇ ਮਾਮਲੇ 'ਚ ਰੋਹਤਕ ਤੋਂ ਆਉਂਦਾ ਹੈ ਔਰ ਸਰਸੇ ਦੇ ਵਕੀਲਾਂ ਨੂੰ ਨਹੀਂ ਪਤਾ, ਸਰਸੇ ਦੀ ਬਾਰ ਨੂੰ ਨਹੀਂ ਪਤਾ ਤੇ ਇਹਦਾ ਮਤਲਬ ਕੀ ਹੈ? ਇਹ ਸੀਕ੍ਰੇਟ ਹੈ। ਇਹ ਖੁਫੀਆ ਗੱਲਾਂ ਕਿਉਂ ਰੱਖੀਆਂ ਗਈਆਂ? ਜਿਹੜੇ ਜ਼ਮਾਨਤੀ ਨੇ ਉਹ ਉਹਨਾਂ ਬੰਦਿਆਂ ਦਾ ਕੋਈ ਵੀ ਰਿਲੇਟਿਵ ਨਹੀਂ, ਕੁਝ ਵੀ ਨਹੀਂ ਜਿਹੜੇ ਐਕਿਊਜ਼ ਨੇ। ਕੋਈ ਐਲਨਾਬਾਦ ਤੋਂ ਹੈ, ਕੋਈ ਖਾਰੀ ਸੁਰੇਰਾਂ ਤੋਂ ਹੈ, ਸੌਰੀ ਮਿੱਠੀ ਸੁਰੇਰਾਂ ਤੋਂ ਹੈ, ਕੋਈ ਚੰਦਰਗੜ੍ਹ ਪੱਟੀ ਤੋਂ ਹੈ, ਕੋਈ ਕਾਲਾਂ ਵਾਲੀ ਤੋਂ ਹੈ, ਕੋਈ ਤਖਤਮਲ ਤੋਂ ਹੈ। ਜਦੋਂ ਕਿ ਮੁਲਜ਼ਮ ਫੱਗੂ ਤੋਂ ਨੇ, ਰੰਗੇ ਤੋਂ ਨੇ ਔਰ ਖੈਰਪੁਰ ਤੋਂ ਨੇ। ਉਹਨਾਂ ਨੂੰ ਪਤਾ ਵੀ ਨਹੀਂ ਸਾਡਾ ਜ਼ਮਾਨਤੀ ਕੌਣ ਹੈ, ਜ਼ਮਾਨਤੀ ਕਿਤੋਂ ਹੋਰ ਦੇ, ਸ਼ਨਾਖਤੀ ਕਿਤੋਂ ਹੋਰ ਦਾ। ਸਾਰਾ ਕੁਝ ਸਟੇਟ ਦੀ ਔਰ ਇਹਨਾਂ ਲੋਕਾਂ ਦੀ ਮਿਲੀ ਭਗਤ ਹੈ। ਸਾਡੇ ਕਿਸਾਨ ਆਗੂ ਜਿਹੜੇ ਹੈ ਉਹਨਾਂ ਨੂੰ 11:30 ਵਜੇ ਪਤਾ ਲੱਗ ਜਾਂਦਾ, ਉਹ ਦਿੱਲੀ ਤੋਂ ਚੱਲ ਪੈਂਦੇ ਆ ਔਰ ਉਹ ਇੱਥੇ ਆ ਕੇ ਪਹੁੰਚਦੇ ਆ ਕਿ ਬੰਦੇ ਸਾਡੇ ਛੱਡੇ ਜਾਣਗੇ। ਇਹ ਕਿਵੇਂ ਪੋਸੀਬਲ ਹੈ? ਇਸ ਲਈ ਜੋ ਤੁਹਾਡਾ ਹੁਣ ਕੋਈ ਸਵਾਲ ਹੈ ਤਾਂ ਮੈਂ ਉਹਦਾ ਜਵਾਬ ਦੇ ਦਾਂ। ਹਾਂਜੀ, ਕਿਸੇ ਭਰਾ ਦਾ ਕੋਈ ਸਵਾਲ? मेरा सवाल है क्या अब ये आंदोलन प्रहलाद सिंह बारूखेड़ा लखविंदर ओला के गुट से अलग चलेगा? क्यों उनका गुट वो क्या लगते हैं भाई? वो क्या चीज है? वो हम उनका नाम भी नहीं लेना चाहते। वो क्या चीज है? संयुक्त मोर्चे का आप मानोगे आदेश जो आएगा ऊपर से? देखो जी, मेरा तो मानना है कि एक बार सिरसा जिला के लोगों को अपनी एक अलग से लोगों की एक जथेबंदी बनानी चाहिए। किसी बाकी सारी जथेबंदियों के अलग अलग ये फटे हुए हैं सारे, उनकी बात को अपना अलग से देखो और सिरसा जिला के हित में जो बात है वो करो। मेरा ये कहना है। आज की इस मीटिंग का मुख्य एजेंडा क्या था? मुख्य एजेंडा ये था कि जिस मुद्दे को लेके जहाँ पे अनशन रखा गया था, जब वो मुद्दा खत्म नहीं हुआ तो अनशन क्यों खत्म हुआ? ये बलदेव सिंह सिरसा को ये बताना चाहिए कि क्या जो उनकी मांग थी केस वापस लेने की, क्या वो पूरी हो गई? मान लो कि लड़कों को धक्के से सरकार ने बाहर निकाल दिया, मैं इस बात को मान लेता हूँ। सरकार बहुत कुछ कर सकती है, कर दिया, लेकिन बलदेव सिंह सिरसा अपने अमन अनशन से क्यों उठे? अगर ऐसा था तो उनको इसके ऊपर स्टेटमेंट देनी चाहिए। डल्लेवाल दिल्ली से चलकर सिरसा आए, क्या लेने आए, उनको भी अपना स्पष्ट करना चाहिए। जी आप कह रहे हो जमानती कहीं से, शिनाख्ती कहीं से जो चीजें सामने आ रही है जी, तो क्या ये फिर सरकार ने किया है सारा कुछ खेल? मैं तो कहता हूँ ये सब मिला जुला है जी। अकेली सरकार भी, चलो मान लो सरकार ने किया होता तो आप तो अपना धरना जारी रखो ना। आप अपना धरना क्यों छोड़ रहे हो? फिक्स मैच है जी, ये सब फिक्स मैच था। अपने लीडर प्रोजेक्ट करने का मामला था, उसको हम लोगों ने एक्सपोज कर दिया और इनको नंगा कर दिया। ये इतना ही। से ये बातें भी आई हैं कि हरियाणा में जो दूसरी जगह टोहाना था या झज्जर थे, रोहतक थे, वहाँ पर भी अभी तक केस वापसी नहीं। वहाँ का मेरे को नहीं पता जी वहाँ क्या हुआ। मैं सिरसा का जहाँ तक मेरे साथ कंसर्न है, मैं सिरसा के बारे में आपको एक एक चीज़ बता सकता हूँ। जो आपका सवाल है वो पूछो।
सर किसानों का कहना है, जो किसान नेता है उनका कहना है कि जो देशद्रोह राजद्रोह का मामला था उसमें जमानत नहीं होती और उनकी मांग थी कि उन 5 किसानों को रिहा किया तो वो तो अभी भी नहीं हटी, देशद्रोह की धारा तो अभी भी नहीं हटी भाई, अभी भी है। तो हो गई ना। टाइम्स ऑफ इंडिया की स्टेटमेंट है, वो इतनी बड़ी खबर है, वो मैं आपको दे देता हूँ। एसपी आपके पास बैठा है, उससे जाके पूछ लो कि हटगी कि नहीं हटगी। कहीं किसी प्रशासन की कोई स्टेटमेंट है क्या ऐसी? कोई एक सिंगल कागज पे कोई एक लाइन भी लिखी गई हो तो बता दो। जमानत ना देना तो जुडिशरी का वो अदालत का काम है, हम अदालत के काम में दखलंदाजी नहीं करते, ना अदालत के बारे में कुछ बोलते। लेकिन जी सिरसा के किसानों के लिए एक नई जत्थेबंदी बनेगी अपने आंदोलन के लिए। मेरा ये सुझाव है कि लोगों को इकट्ठे होकर लड़ना चाहिए। ये चंद जो लोग हैं ना, इनकी वजह से जिन लोगों के दिल में मतलब किसानी आंदोलन का जज्बा है, वो इन लोगों की वजह से दूर होकर बैठे हैं इस आंदोलन से। अगर ये गंदे लोगों को हम दूर कर देना तो यहाँ पे आंदोलन बहुत मजबूती से आगे बढ़ेगा। आज की मीटिंग में भी जो ज्यादातर लोग हैं वो जुड़े हुए हैं वैसे पुरानी जत्थे। ये आप देखो, आपके सामने लोगों में कितना जोश है, आप देखो लोगों में कितना जोश बुलाई गई। ਇਹਦਾ ਮੇਨ ਮੁੱਦਾ ਜਿਹੜਾ ਇੱਥੇ ਕਿਸਾਨ ਆਗੂਆਂ ਦੀ ਜਾਂ ਕਿਸਾਨਾਂ ਦੀ ਜਿਹੜੀ ਜ਼ਮਾਨਤ ਦਾ ਮਾਮਲਾ ਸੀ, ਅਦਾਲਤ ਦੇ ਵਿੱਚੋਂ ਜਿਹੜੀ ਉਹਨਾਂ ਦੀ ਜ਼ਮਾਨਤ ਹੋਈ ਪਰਸੋਂ, ਉਸ ਨੂੰ ਲੈ ਕੇ ਬੁਲਾਈ ਗਈ ਸੀ। ਕੁਝ ਕਿਸਾਨ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਦਾ ਕੇਸ ਖਤਮ ਕਰਤਾ। ਇੱਥੋਂ ਤੱਕ ਕਿ ਇਹ ਪਤਾ ਲੱਗਿਆ ਕਿ ਉਹ ਜਿਹੜੇ ਕਿਸਾਨ ਵਿਚਾਰੇ ਬਾਹਰ ਆਏ ਆ ਜੇਲ੍ਹ ਚੋਂ, ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਜ਼ਮਾਨਤ ਨਹੀਂ ਤੁਹਾਡੀ ਹੋਈ, ਤੁਹਾਡਾ ਕੇਸ ਖਤਮ ਹੋ ਗਿਆ। ਤਾਂ ਇਹ ਇਸ਼ੂ ਅੱਜ ਇਹ ਸੀ, ਉਹ ਤੁਹਾਨੂੰ ਫੈਕਟਸ ਦੱਸਣ ਵਾਸਤੇ ਇਹ ਮੈਂ ਤੁਹਾਡਾ ਜਿਹੜਾ ਪੱਖ ਰੱਖ ਰਿਹਾ ਤੁਹਾਡੇ ਸਾਹਮਣੇ ਕਿ ਅਸਲ ਦੇ ਵਿੱਚ ਇਹ ਜ਼ਮਾਨਤ ਹੋਈ ਹੈ, ਨਾ ਕੋਈ ਧਾਰਾ ਹਟੀ ਹੈ ਔਰ ਨਾ ਕੋਈ ਹਟਾਈ ਗਈ ਹੈ, ਨਾ ਕੋਈ ਉਪਰਾਲਾ ਹੋਇਆ। ਇਹ ਸਭ ਜਿਹੜਾ ਹੈ ਸਟੇਟ ਦੀ ਔਰ ਸਟੇਟ ਦੇ ਜਿਹੜੇ ਏਜੰਟ ਨੇ, ਜਿਹੜੇ ਇੱਥੇ ਕਿਸਾਨ ਆਗੂ ਦੇ ਰੂਪ ਦੇ ਵਿੱਚ ਇੱਥੇ ਏਜੰਟ ਬਣ ਕੇ ਅੱਗੇ ਨੇਤਾ ਬਣੇ ਹੋਏ ਸੀ ਨਾ, ਉਹਨਾਂ ਏਜੰਟਾਂ ਦੇ ਮਿਲੀ ਭਗਤ ਦੇ ਕਾਰਨ ਇਹ ਸਾਰਾ ਕੁਝ ਹੋਇਆ ਹੈ। ਅਦਰਵਾਈਜ਼ ਇਹਦੇ 'ਚ ਕੁਝ ਨਹੀਂ ਹੋਇਆ। ਜਾਣਬੁੱਝ ਕੇ ਹਿੰਸਾ ਕਰਵਾਈ ਗਈ, ਇਹ ਸਰਕਾਰ ਦਾ ਮਕਸਦ ਸੀ। ਹਿੰਸਾ ਕਰਵਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਡੀਰੇਲ ਕਰਨਾ ਇਹ ਸਰਕਾਰ ਦਾ ਮਕਸਦ ਸੀ। ਔਰ ਇਹ ਹਿੰਸਾ ਕਰਵਾ ਕੇ ਕੁਝ ਇੱਥੋਂ ਦੇ ਆਪਦੇ ਜਿਹੜੇ ਰਾਜਨੀਤਿਕ ਜਾਂ ਸਰਕਾਰੀ ਏਜੰਟ ਅਸੀਂ ਕਹੀਏ, ਉਹਨਾਂ ਨੂੰ ਬਤੌਰ ਲੀਡਰ ਪ੍ਰੋਜੈਕਟ ਕਰਨਾ ਇਹ ਸਰਕਾਰ ਦਾ ਮਕਸਦ ਸੀ। ਉਹ ਲੋਕ ਆਪਣੇ ਇਸ ਮਕਸਦ 'ਚ ਫੇਲ ਹੋ ਗਏ। ਜਦੋਂ ਕਿ ਇਹ ਸਾਰੀ ਗੱਲ ਐਕਸਪੋਜ਼ ਹੋ ਗਈ, ਅਸੀਂ ਸਾਰਾ ਮਾਮਲਾ ਜਿਹੜਾ ਕੋਰਟ 'ਚੋਂ ਕਢਵਾ ਲਿਆ। ਵਕੀਲ ਜੋ ਹੈ ਅਗਰ ਕਿਸੇ ਮਾਮਲੇ 'ਚ ਰੋਹਤਕ ਤੋਂ ਆਉਂਦਾ ਹੈ ਔਰ ਸਰਸੇ ਦੇ ਵਕੀਲਾਂ ਨੂੰ ਨਹੀਂ ਪਤਾ, ਸਰਸੇ ਦੀ ਬਾਰ ਨੂੰ ਨਹੀਂ ਪਤਾ, ਤੇ ਇਹਦਾ ਮਤਲਬ ਕੀ ਹੈ? ਇਹ ਸੀਕ੍ਰੇਟ ਹੈ। ਇਹ ਖੁਫੀਆ ਗੱਲਾਂ ਕਿਉਂ ਰੱਖੀਆਂ ਗਈਆਂ? ਜਿਹੜੇ ਜ਼ਮਾਨਤੀ ਨੇ ਉਹ ਉਹਨਾਂ ਬੰਦਿਆਂ ਦਾ ਕੋਈ ਵੀ ਰਿਲੇਟਿਵ ਨਹੀਂ, ਕੁਝ ਵੀ ਨਹੀਂ। ਜਿਹੜੇ ਐਕਿਊਜ਼ ਨੇ, ਕੋਈ ਐਲਨਾਬਾਦ ਤੋਂ ਹੈ, ਕੋਈ ਖਾਰੀ ਸੁਰੇਰਾਂ ਤੋਂ ਹੈ, ਸੌਰੀ ਮਿੱਠੀ ਸੁਰੇਰਾਂ ਤੋਂ ਹੈ, ਕੋਈ ਚੰਦਰਗੜ੍ਹ ਪੱਟੀ ਤੋਂ ਹੈ, ਕੋਈ ਕਾਲਾਂ ਵਾਲੀ ਤੋਂ ਹੈ, ਕੋਈ ਤਖਤਮਲ ਤੋਂ ਹੈ। ਜਦੋਂ ਕਿ ਮੁਲਜ਼ਮ ਫੱਗੂ ਤੋਂ ਨੇ, ਰੰਗੇ ਤੋਂ ਨੇ ਔਰ ਖੈਰਪੁਰ ਤੋਂ ਨੇ। ਉਹਨਾਂ ਨੂੰ ਪਤਾ ਵੀ ਨਹੀਂ ਸਾਡਾ ਜ਼ਮਾਨਤੀ ਕੌਣ ਹੈ, ਜ਼ਮਾਨਤੀ ਕਿਤੋਂ ਹੋਰ ਦੇ, ਸ਼ਨਾਖਤੀ ਕਿਤੋਂ ਹੋਰ ਦਾ। ਸਾਰਾ ਕੁਝ ਸਟੇਟ ਦੀ ਔਰ ਇਹਨਾਂ ਲੋਕਾਂ ਦੀ ਮਿਲੀ ਭਗਤ ਹੈ। ਸਾਡੇ ਕਿਸਾਨ ਆਗੂ ਜਿਹੜੇ ਹੈ ਉਹਨਾਂ ਨੂੰ 11:30 ਵਜੇ ਪਤਾ ਲੱਗ ਜਾਂਦਾ, ਉਹ ਦਿੱਲੀ ਤੋਂ ਚੱਲ ਪੈਂਦੇ ਆ ਔਰ ਉਹ ਇੱਥੇ ਆ ਕੇ ਪਹੁੰਚਦੇ ਆ ਕਿ ਬੰਦੇ ਸਾਡੇ ਛੱਡੇ ਜਾਣਗੇ। ਇਹ ਕਿਵੇਂ ਪੋਸੀਬਲ ਹੈ? ਇਸ ਲਈ ਜੋ ਤੁਹਾਡਾ ਹੁਣ ਕੋਈ ਸਵਾਲ ਹੈ ਤਾਂ ਮੈਂ ਉਹਦਾ ਜਵਾਬ ਦੇ ਦਾਂ। ਹਾਂਜੀ, ਕਿਸੇ ਭਰਾ ਦਾ ਕੋਈ ਸਵਾਲ? मेरा सवाल है, क्या अब ये आंदोलन प्रहलाद सिंह बारूखेड़ा लखविंदर ओढ़ के गुट से अलग चलेगा? क्यों उनका गुट? वो क्या लगते हैं भाई? वो क्या चीज़ है? वो हम उनका नाम भी नहीं लेना चाहते। वो क्या चीज़ है? संयुक्त मोर्चे का आप मानोगे आदेश जो आएगा ऊपर से? देखो जी, मेरा तो मानना है कि एक बार सिरसा जिला के लोगों को अपनी एक अलग से लोगों की एक जथेबंदी बनानी चाहिए। किसी बाकी सारी जथेबंदियों के अलग अलग ये फटे हुए हैं सारे, उनकी बात को अपना अलग से देखो और सिरसा जिला के हित में जो बात है वो करो। मेरा ये कहना है। आज की इस मीटिंग का मुख्य एजेंडा क्या था? मुख्य एजेंडा ये था कि जिस मुद्दे को लेके जहाँ पे अनशन रखा गया था, जब वो मुद्दा खत्म नहीं हुआ तो अनशन क्यों खत्म हुआ? ये बलदेव सिंह सिरसा को ये बताना चाहिए कि क्या जो उनकी मांग थी केस वापस लेने की, क्या वो पूरी हो गई? मान लो कि लड़कों को धक्के से सरकार ने बाहर निकाल दिया, मैं इस बात को मान लेता हूँ, सरकार बहुत कुछ कर सकती है, कर दिया। लेकिन बलदेव सिंह सिरसा अपने अमन अनशन से क्यों उठे? अगर ऐसा था तो उनको इसके ऊपर स्टेटमेंट देनी चाहिए। डल्लेवाल दिल्ली से चलकर सिरसा आए, क्या लेने आए, उनको भी अपना स्पष्ट करना चाहिए।
मीना जी, आप कह रहे हो जमानती कहीं से, शिनाख्ती कहीं से जो चीजें सामने आ रही हैं, हाँ जी, तो क्या ये फिर सरकार ने किया है सारा कुछ खेल? मैं तो कहता हूँ ये सब मिला जुला है जी। अकेली सरकार भी, चलो मान लो सरकार ने किया होता तो आप तो अपना धरना जारी रखो ना, आप अपना धरना क्यों छोड़ रहे हो? फिक्स मैच है जी। ये सब फिक्स मैच था, अपने लीडर प्रोजेक्ट करने का मामला था, उसको हम लोगों ने एक्सपोज कर दिया और इनको नंगा कर दिया। ये इतना ही से मामला। ये बातें भी आई हैं कि हरियाणा में जो दूसरी जगह टोहाना था या झज्जर थे, रोहतक थे, वहाँ पर भी अभी तक केस वापसी नहीं। वहाँ का मेरे को नहीं पता जी वहाँ क्या हुआ। मैं सिरसा का, जहाँ तक मेरे साथ कंसर्न है, मैं सिरसा के बारे में आपको एक एक चीज़ बता सकता हूँ। जो आपका सवाल है वो पूछो। सर, किसानों का कहना है, जो किसान नेता है उनका कहना है कि जो देशद्रोह राजद्रोह का मामला था उसमें जमानत नहीं होती और उनकी मांग थी कि उन 5 किसानों को रिहा किया तो वो तो अभी भी नहीं हटी, देशद्रोह की धारा तो अभी भी नहीं हटी भाई, अभी भी है। हो गई ना। टाइम्स ऑफ इंडिया की स्टेटमेंट है, वो इतनी बड़ी खबर है, वो मैं आपको दे देता हूँ। एसपी आपके पास बैठा है, उससे जाके पूछ लो कि हटगी कि नहीं हटगी। कहीं किसी प्रशासन की कोई स्टेटमेंट है क्या ऐसी? कोई एक सिंगल कागज पे कोई एक लाइन भी लिखी गई हो तो बता दो। जमानत ना देना तो जुडिशरी का वो अदालत का काम है, हम अदालत के काम में दखलंदाजी नहीं करते, ना अदालत के बारे में कुछ बोलते। मीना जी, सिरसा के किसानों के लिए एक नई जत्थेबंदी बनेगी अपने आंदोलन के लिए? मेरा ये सुझाव है कि लोगों को इकट्ठे होकर लड़ना चाहिए। ये चंद जो लोग हैं ना, इनकी वजह से जिन लोगों के दिल में मतलब किसानी आंदोलन का जज्बा है, वो इन लोगों की वजह से दूर होकर बैठे हैं इस आंदोलन से। अगर ये गंदे लोगों को हम दूर कर देना तो यहाँ पे आंदोलन बहुत मजबूती से आगे बढ़ेगा। आज की मीटिंग में भी जो ज्यादातर लोग हैं वो जुड़े हुए हैं वैसे पुरानी जत्थे। ये आप देखो, आपके सामने लोगों में कितना जोश है, आप देखो लोगों में कितना जोश है। ਮੁਤਾਬਕ ਸੰਯੁਕਤ ਮੋਰਚੇ ਦੀ ਕਾਲ ਦੇ ਮੁਤਾਬਕ ਚੱਲਣਾ ਚਾਹੀਦਾ ਹੈ। ਜਿਹੜਾ ਅੰਦੋਲਨ ਹਿੰਸਕ ਇੱਥੇ ਹੋਇਆ ਉਹ ਵੀ ਕੁਝ ਬੰਦੇ ਜਿਹੜੇ 2-3 ਜਥੇਬੰਦੀਆਂ ਦੇ ਦੀਵਾਰਾਂ ਟੱਪਦੇ ਆ, ਇੰਟਰ ਕਰਦੇ ਆ ਜਿੱਥੇ ਬੀਜੇਪੀ ਦੇ ਲੋਕ ਜਾਂ ਉਹਨਾਂ ਦੇ ਸਹਾਇਕ ਪਾਰਟੀਆਂ ਦੇ ਲੋਕ ਮੀਟਿੰਗ ਕਰਦੇ ਆ, ਉਹਨਾਂ ਦਾ ਵਿਰੋਧ ਕਰਨ ਵਾਸਤੇ ਸਾਡੇ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਬਾਉਂਡਰੀ ਦੇ ਅੰਦਰ ਨਹੀਂ ਜਾਣਾ, ਗੇਟਾਂ ਤੇ ਖੜ ਕੇ ਕਾਲੇ ਝੰਡੇ ਦਿਖਾਣੇ ਆ ਔਰ ਸਰਕਾਰ ਦੇ ਐਂਟੀ ਨਾਰੇ ਲਾਉਣੇ ਆ। ਇਹੀ ਤਰੀਕਾ ਹਿਸਾਰ ਵਿੱਚ ਹੋਇਆ ਸੀ। ਸੰਯੁਕਤ ਮੋਰਚੇ ਨੇ ਕਿਹਾ ਸੀ ਅਗਲੇ 3 ਦਿਨਾਂ ਲਈ ਥਾਣੇ ਘੇਰਨੇ ਆ 2 ਘੰਟਿਆਂ ਲਈ, ਉਸ ਤੋਂ 2 ਦਿਨ ਰੁਕ ਕੇ ਪ੍ਰਸ਼ਾਸਨ ਨੂੰ ਟਾਈਮ ਦਿਓ, ਫਿਰ ਉਸ ਤੋਂ ਬਾਅਦ 2 ਘੰਟਿਆਂ ਲਈ ਰੋਡਾਂ ਜਾਮ ਕੀਤੀਆਂ ਜਾਣਗੀਆਂ। 3 ਜਥੇਬੰਦੀਆਂ ਨੇ, ਇੱਕ ਪ੍ਰਹਲਾਦ ਸਿੰਘ ਭਾਰੂਖੇੜਾ ਦੀ ਨੇ, 2 ਹਿਸਾਰ ਦੀਆਂ ਜਥੇਬੰਦੀਆਂ ਸੀ, ਉਹਨਾਂ ਤਿੰਨਾਂ ਨੇ ਇਕੱਠੇ ਹੋ ਕੇ ਸੰਯੁਕਤ ਮੋਰਚੇ ਦੀ ਕਾਲ ਦੀ ਉਲੰਘਣਾ ਕਰਕੇ ਜੋਗਿੰਦਰ ਬਬਲੀ ਦੇ ਗੇਟ ਤੇ ਗਏ, ਉੱਥੇ ਨਾਅਰੇਬਾਜ਼ੀ ਕੀਤੀ। ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕੇ, ਐਸੇ ਤਰੀਕੇ ਦਾ ਅੰਦੋਲਨ ਉੱਥੇ ਚੱਲਿਆ। ਇਸ ਕਰਕੇ ਮੈਂ ਸਾਰੇ ਹੀ ਆਵਾਮ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ, ਜਿਹੜੀਆਂ ਜਥੇਬੰਦੀਆਂ ਸ਼ਰਾਰਤ ਕਰਦੀਆਂ ਨੇ, ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਸੰਯੁਕਤ ਮੋਰਚਾ ਦੀ ਕਾਲ ਦੇ ਮੁਤਾਬਕ ਨਹੀਂ ਚੱਲਦੇ, ਉਹਨਾਂ ਜਥੇਬੰਦੀਆਂ ਦਾ ਆਪੋ ਆਪ ਲੋਕ ਬਾਈਕਾਟ ਕਰਨ। ਜਿਹੜੇ ਲੋਕ ਕੰਮ ਸਹੀ ਕਰਦੇ ਨੇ, ਸੰਯੁਕਤ ਮੋਰਚਾ ਦੀ ਕਾਲ ਦੇ ਮੁਤਾਬਕ ਚੱਲਦੇ ਨੇ, ਕਾਲੇ ਝੰਡੇ ਦਿਖਾਉਂਦੇ ਨੇ, ਨਾਰੇ ਲਾਉਂਦੇ ਨੇ, ਗੇਟ ਤੇ ਸਾਈਡ ਤੇ ਖੜਦੇ ਨੇ, ਕੋਈ ਸ਼ਰਾਰਤਬਾਜ਼ੀ ਨਹੀਂ ਕਰਦੇ, ਉਹਨਾਂ ਦਾ ਸਾਰੇ ਲੋਕਾਂ ਨੂੰ, ਸਾਰੀ ਜਨਤਾ ਨੂੰ, ਆਮ ਜਨਤਾ ਨੂੰ ਅਪੀਲ ਹੈ ਕਿ ਉਹਨਾਂ ਦਾ ਸਹਿਯੋਗ ਦੇਣ। ਵਾਹਿਗੁਰੂ ਜੀ ਖਾਲਸਾ, ਵਾਹਿਗुरु जी की फतेह। जी ऐसे हाथ जोड़ के एक मिनट प्रधान जी 5 मिनट ले लो, हमें एक बार फैसला कर लो, उसके बाद में वाइट आप ले ओ यार कर लेंगे यार, तू एक ना बच्चे से गल करिए देना बता दो यार, ये कोई गल जरूरी एक नहीं है। मिनट हमारे गल फैसला साडा जरूरी सीगा जी भी प्रहलाद सिंह भारूखेड़ा ते लखविंदर औलख ਤੇ ਇਹਨਾਂ ਨੇ ਰਲ ਕੇ ਇਹ ਅੰਦੋਲਨ ਵਿੱਚ ਸਰਕਾਰੀ ਬੰਦੇ ਨੇ ਇਹਨਾਂ ਨੂੰ ਸਵੇਰੇ 11 ਵਜੇ ਡੱਲੇਵਾਲ ਨੂੰ ਫੋਨ ਮਾਰਤਾ, 2 ਵਜੇ ਲਾਈ ਇਹਨਾਂ ਨੇ ਜ਼ਮਾਨਤ। ਇਹਨਾਂ ਪਹਿਲਾਂ ਕਿਹਾ ਸੀ ਵੀ ਅਸੀਂ ਇੱਥੇ ਲੋਕਾਂ ਨੂੰ ਕੀ ਕਿਹਾ ਗਿਆ ਵੀ ਬਿਨਾਂ ਸ਼ਰਤ ਰਿਹਾ ਕੀਤੇ ਕਹਿੰਦੇ ਤੁਹਾਡੇ ਕੋਲ ਬਾਈਟਾਂ ਪਈਆਂ। ਡੱਲੇਵਾਲ ਵੀ ਅਗਲੇ ਦਿਨ ਕਹਿ ਰਹੇ ਨੇ ਬਿਨਾਂ ਸ਼ਰਤ ਲੈ ਕੇ ਆ, ਜਦ ਕਿ ਸਾਰਾ ਫਿਕਸ ਮੈਚ ਸਾਨੂੰ ਸਾਰਾ ਕੁਝ ਵਿਖਾ ਦਿੱਤਾ ਗਿਆ ਵੀ ਜ਼ਮਾਨਤਾਂ ਹੋਣੀਆਂ ਸੀ। ਪਹਿਲੇ ਦਿਨ ਕਰਾ ਦਿੰਦੇ, ਸਾਡੇ ਤੇ ਪਰਚੇ 900 ਕਿਉਂ ਪਾਉਂਦੇ? ਇਹ ਕਹਿੰਦੇ ਨੇ ਇੱਥੇ ਰੌਲਾ ਪੈਂਦਾ ਰਵੇ, ਇੱਥੇ ਅੰਦੋਲਨ ਚੱਲੇ, ਇਹਦੀ ਚਾਨਣ ਦਿੱਲੀ ਚੱਲੇ, ਇੱਥੇ ਅੰਦੋਲਨ ਚੱਲੇਗਾ ਤੇ ਆਪਦੇ ਚਿਹਰੇ ਚਮਕਾਉਣਗੇ ਤੇ ਆਪਦੀ ਚੰਦੇ ਦੀ ਪਰਚੇ ਕੱਟਣਗੇ। ਇਹਦੀ ਕਹਿੰਦੇ ਸੰਯੁਕਤ ਮੋਰਚੇ ਦੀ ਕਾਲ ਤੇ ਕਰੋ, ਦਿੱਲੀ ਕੱਟ ਵਧਾਓ, ਇੱਥੇ ਆਪਾਂ ਆਪਸੇ ਨਾਲ ਲੜੀਏ ਨਾ, ਜਾਣ ਬੁੱਝ ਕੇ ਫਿਕਸ ਮੈਚ ਹੈ। ਇਹ ਸਰਕਾਰ ਨੂੰ ਕਹਿੰਦੇ ਨੇਗਾ, ਸਰਕਾਰ ਤੇ ਨਾਲ ਮਿਲੀ ਭਗਤ ਹੈ। ਪ੍ਰਸ਼ਾਸਨ ਕਹਿੰਦਾ ਵੀ ਪ੍ਰਹਲਾਦ ਸਿੰਘ ਭਾਰੂਖੇੜਾ ਫਰਾਰ ਹੈ, ਜਦਕਿ ਐਸਪੀ ਨਾਲ ਮੀਟਿੰਗਾਂ ਕਰਦਾ ਕਿਉਂ ਨਹੀਂ ਫੜਦਾ? ਕਿਉਂਕਿ ਇੱਕ ਦੂਜੇ ਦੀ ਇੱਕੋ ਚੀਜ਼ ਹੈ, ਗਿੱਟਮਿੱਟ ਹੈਗੀ ਹੈ। ਜਿਹੜੇ ਜਿੱਦੇ ਸੀ ਆ ਪਰਚੇ ਤੇ ਨਾਲੇ ਜਿਹੜੇ ਪਹਿਲਾਂ ਆਪਦੀ ਮੀਟਿੰਗਾਂ ਕਰਦੇ ਸੀ
ਕੋਈ ਨਹੀਂ ਗਾ ਜੀ, ਛੱਡੇ ਨੇ ਸਾਰਾ ਫੈਸਲੇ ਰੱਦ ਹੋਏ, ਫੈਸਲੇ ਰੱਦ ਹੋਏ ਨਾ, ਸਾਰ ਹੋਏ ਨੇ, ਕੱਲ ਕੀਤੇ ਨੇ ਪ੍ਰਸ਼ਾਸਨ ਰੱਦ। ਉੱਥੇ ਐਸਪੀ ਐਜ ਮੌਜੂਦਾ ਬੰਦਾ ਕਹਿ ਗਿਆ ਜੀ, ਇੱਥੇ ਤਾਂ ਕਈ ਜਾਂਦੇ ਛੱਡ ਕੇ ਗਿਆ, ਜਦ ਕਿ ਤੁਹਾਡੇ ਕੋਲ ਵੀਡੀਓ ਨੇ, ਉੱਥੋਂ ਲੈ ਕੇ ਆਏ ਨੇ ਤੇ ਸਾਰਾ ਇਹਨਾਂ ਦੀ ਫਿਕਸਿੰਗ ਹੈ। ਪ੍ਰਹਲਾਦ ਸਿੰਘ ਭਾਰੂ ਖੇੜਾ ਤੇ ਗੁਰਪ੍ਰੇਮ ਤੇ ਲਖਵਿੰਦਰ ਸਿੰਘ ਔਲਖ, ਇਹ ਤਿੰਨੇ ਜਣੇ ਉੱਥੋਂ ਲੈ ਕੇ ਆਏ ਨੇ ਤੇ ਸਾਰੀ ਫਿਕਸਿੰਗ ਹੈ ਜੀ। ਫਿਕਸ ਮੈਚ ਹੈ। ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਦੇ ਬੰਦੇ ਨਾਲ ਹੈ, ਹਾਲੇ ਵੀ ਤੁਹਾਡੀ ਅੱਖਾਂ ਨਹੀਂ ਖੁੱਲੋ, ਇਹਨਾਂ ਨੂੰ ਛੱਡ ਦਿਓ, ਇਹ ਆਪਦੀ ਮੌਤ ਆਪੇ ਮਰ ਜਾਣਗੇ, ਇਹਨਾਂ ਦੇ ਪਿੱਛੇ ਨਾ ਲੱਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आज मीटिंग की गई है क्या